ਹੈਲੋ एवरीवन, आप सब ਦਾ ਇਸ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਬੱਚੇ ਇਸ ਵਕਤ 5th ਕਲਾਸ ਦੇ ਵਿੱਚ ਪੜ੍ਹ ਰਹੇ ਨੇ ਐਟ ਅ ਟਾਈਮ, ਅਗਰ ਉਹ 6ਵੀਂ ਕਲਾਸ ਦੇ ਵਿੱਚ ਨਵੋਦਿਆ ਸਕੂਲ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਤਾਂ ਉਹਨਾਂ ਦੇ ਲਈ ਜਿਹੜਾ ਹੈਗਾ ਤੁਸੀਂ ਕਹਿ ਸਕਦੇ ਹੋ ਨੋਟੀਫਿਕੇਸ਼ਨ ਆ ਚੁੱਕਿਆ, ਯਾਨੀ ਤੁਹਾਡਾ ਐਪਲੀਕੇਸ਼ਨ ਫਾਰਮ ਭਰਨਾ ਸ਼ੁਰੂ ਹੋ ਗਿਆ। ਤੁਸੀਂ ਕਹੋਗੇ ਮੈਮ ਇੰਨਾ ਜਲਦੀ? ਹਾਂਜੀ ਬਿਲਕੁਲ, ਇੰਨਾ ਜਲਦੀ ਹੀ ਸਾਰਾ ਕੁਝ ਹੋ ਰਿਹਾ ਹੈ ਬਿਕੋਜ਼ ਜਿਹੜੇ ਨਵੋਦਿਆ ਸਕੂਲ ਹੁੰਦੇ ਨੇ ਬਹੁਤ ਐਡਵਾਂਸ ਚੱਲਦੇ ਨੇਗੇ ਔਰ ਉਹ ਹਰੇਕ ਚੀਜ਼ ਬਹੁਤ ਪਹਿਲਾਂ ਹੀ ਕੱਢ ਕੇ ਦੇ ਦਿੰਦੇ ਨੇ। ਸੋ ਬੇਸਿਕਲੀ ਇਹ ਬੱਚੇ ਜਿਹੜੇ ਹੈਗੇ ਨੇ ਜਿਹੜੇ 6th ਕਲਾਸ ਨਵੋਦਿਆ ਸਕੂਲ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ ਉਹਨਾਂ ਬੱਚਿਆਂ ਦੇ ਲਈ ਇਹ ਵੀਡੀਓ ਹੈ। ਤੁਸੀਂ ਰਾਜੇ ਆਪਣੇ ਪੇਰੈਂਟਸ ਨੂੰ ਇਹ ਵੀਡੀਓ ਦਿਖਾ ਸਕਦੇ ਹੋ ਬਿਕੋਜ਼ ਇਹਦੇ 'ਚ ਕਾਫੀ ਸਾਰੀਆਂ ਚੀਜ਼ਾਂ ਨੇ ਜੋ ਹੋ ਸਕਦਾ ਤੁਹਾਨੂੰ ਨਾ ਸਮਝ ਲੱਗਣ ਲੇਕਿਨ ਤੁਹਾਡੇ ਪੇਰੈਂਟਸ ਨੂੰ ਜ਼ਰੂਰ ਸਮਝ ਲੱਗ ਜਾਣਗੀਆਂ, ਠੀਕ ਹੈ। ਸੋ ਤੁਸੀਂ ਦੇਖ ਸਕਦੇ ਹੋ ਰਾਜੇ ਜਵਾਹਰ ਨਵੋਦਿਆ ਵਿਦਿਆਲਿਆ, ਠੀਕ ਹੈ, ਇਹ ਆਪਣਾ ਪ੍ਰੋਪਰ ਆਪਣੇ ਸਕੂਲ ਦਾ ਨੇਮ ਹੁੰਦਾ ਜਿਹਨੂੰ ਆਪਾਂ ਨਵੋਦਿਆ ਵਿਦਿਆਲਿਆ ਬੋਲ ਦਿੰਦੇ ਹਾਂ। ਤੁਹਾਡਾ ਜਿਹੜਾ ਸਿਲੈਕਸ਼ਨ ਟੈਸਟ 2024, ਠੀਕ ਹੈ, ਮਤਲਬ 2024 ਦਾ ਸਿਲੈਕਸ਼ਨ ਟੈਸਟ ਹੈ ਜਿਹਦੀ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ ਹੈਗੀ ਆ 10/8/2023, ਯਾਨੀ ਕਿ 10 ਅਗਸਤ 2023 ਰਾਜੇ ਲਾਸਟ ਡੇਟ ਹੈ ਇਸ ਸਕੂਲ ਦੇ ਵਾਸਤੇ 6ਵੀਂ ਕਲਾਸ ਦੇ ਵਾਸਤੇ ਫਾਰਮ ਭਰਨ ਦੀ, ਠੀਕ ਹੈ। ਇਹਦੇ ਵਿੱਚ ਮੈਂ ਤੁਹਾਨੂੰ ਬਹੁਤ ਹੀ ਬੇਸਿਕ ਇਨਫੋਰਮੇਸ਼ਨ ਦੇਣੀਆਂ ਨੇ, ਅਦਰਵਾਈਜ਼ ਤਾਂ ਵੀਡੀਓ ਬਹੁਤ ਲੈਂਥੀ ਹੋ ਜਾਏਗੀ, ਲੇਕਿਨ ਜਿਹੜੀਆਂ ਬਸ ਇੰਪੋਰਟੈਂਟ ਗੱਲਾਂ ਨੇ ਆਪਾਂ ਤੁਹਾਡੇ ਨਾਲ ਉਹੀ ਸ਼ੇਅਰ ਕਰਨੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਰਾਜੇ ਦੇਖੋ ਪਹਿਲਾਂ ਤਾਂ ਇਹਦੀ ਇੰਟਰੋਡਕਸ਼ਨ ਵਗੈਰਾ ਦਿੱਤੀ ਹੈ, ਤੁਸੀਂ ਪੜ੍ਹ ਸਕਦੇ ਹੋ ਕਿ ਕਿਵੇਂ ਇਹ ਸਕੂਲ ਫਾਰਮ ਹੋਇਆ, ਕਿਵੇਂ ਇਹ ਸਕੂਲ ਦੀ ਪੂਰੀ ਹਿਸਟਰੀ ਹੈ। ਉਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਫੀਸ ਵਗੈਰਾ ਦਿੱਤੀ ਹੋਈ ਹੈ, ਲੇਕਿਨ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਬਿਕੋਜ਼ ਜਿਹੜੇ 6ਵੀਂ ਕਲਾਸ ਦੇ ਵਿੱਚ ਬੱਚੇ ਜਾਣਗੇ ਉਹਨਾਂ ਦੇ ਲਈ ਬਿਲਕੁਲ ਫ੍ਰੀ ਹੈ, ਠੀਕ ਹੈ। ਅਦਰਵਾਈਜ਼ ਕਈਆਂ ਦੇ ਲਈ ਜਿਹੜੀ ਹੈਗੀ 600 ਫੀਸ ਵਗੈਰਾ ਹੁੰਦੀ ਹੈ, ਉਹ ਵੀ ਮਤਲਬ ਜਰਨਲ ਦੇ ਲਈ ਹੁੰਦੀ ਹੈ, ਉਹ ਵੀ ਜਰਨਲ ਦੇ ਵਿੱਚ ਬॉयਜ਼ ਦੇ ਲਈ ਹੁੰਦੀ ਹੈ, ਠੀਕ ਹੈ। ਬਾਕੀ ਸਾਰਿਆਂ ਲਈ ਉੱਦਾਂ ਵੀ ਫ੍ਰੀ ਹੁੰਦੀ ਹੈ ਲੇਕਿਨ 6ਵੀਂ ਕਲਾਸ ਦੇ ਵਿੱਚ ਸਾਰਿਆਂ ਦੇ ਲਈ ਫ੍ਰੀ ਹੈ, ਸੋ ਤੁਹਾਨੂੰ ਇਹਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ। ਉਸ ਤੋਂ ਬਾਅਦ ਰਾਜੇ ਕੁਝ ਆਬਜੈਕਟਿਵਸ ਦਿੱਤੇ ਹੋਏ ਨੇ। ਆਬਜੈਕਟਿਵਸ ਬੇਸਿਕਲੀ ਕਿ ਕਿਉਂ ਬਣਾਇਆ ਗਿਆ ਸਕੂਲ, ਕਿ ਬੱਚਿਆਂ ਦੀ ਹੈਲਪ ਕਰਨ ਦੇ ਲਈ ਜਾਂ ਬੱਚਿਆਂ ਨੂੰ ਹੈ ਨਾ ਅਵੇਅਰ ਕਰਨ ਦੇ ਲਈ, ਜਿਹੜੇ ਵੀ ਇਹਦੇ ਟਾਰਗੇਟ ਸੀਗੇ। ਉਸ ਤੋਂ ਬਾਅਦ ਰਾਜੇ ਤੁਸੀਂ ਇਹ ਵਾਲੀ ਦੇਖ ਸਕਦੇ ਹੋ ਕਿਉਂਕਿ ਆਪਾਂ ਪੰਜਾਬ ਨੂੰ ਹੀ ਟਾਰਗੇਟ ਮੰਨ ਕੇ ਚੱਲ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ 22+1 ਨਵੋਦਿਆ ਜਿਹੜੇ ਹੈਗੇ ਨੇ ਸਕੂਲ ਨੇਗੇ, ਠੀਕ ਹੈ। ਤੁਸੀਂ ਰਾਜੇ ਇਹ ਦੇਖ ਸਕਦੇ ਹੋ। ਉਸ ਤੋਂ ਬਾਅਦ ਇੰਪੋਰਟੈਂਟ ਚੀਜ਼ ਤੁਸੀਂ ਦੇਖ ਸਕਦੇ ਹੋ ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2024 ਦੀ ਗੱਲ ਕਰ ਰਹੇ ਨੇ। ਇਸ ਵਾਰ ਰਾਜੇ ਜੋ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਜਿਹੜਾ ਤੁਹਾਡਾ ਇਹ ਐਗਜ਼ਾਮ ਹੈ ਇਹ 2 ਫੇਜ਼ ਦੇ ਵਿੱਚ ਕੰਡਕਟ ਕਰਵਾਇਆ ਜਾ ਰਿਹਾ। ਮੈਮ 2 ਫੇਜ਼ ਦਾ ਮਤਲਬ ਕੀ ਹੁੰਦਾ ਜੀ ਰਾਜੇ? ਮਤਲਬ 2 ਅਲੱਗ-ਅਲੱਗ ਤਰੀਕਾਂ ਨੂੰ ਕੰਡਕਟ ਕਰਵਾਇਆ ਜਾ ਰਿਹਾ, ਲੇਕਿਨ ਆ ਜਿਹੜੀ ਤੁਸੀਂ ਦੇਖ ਰਹੇ ਹੋਗੇ 4 ਨਵੰਬਰ ਜਿਹੜੀ ਆਹ ਸਟੇਟਸ ਵਗੈਰਾ ਲਿਖੀਆਂ ਹੋਈਆਂ ਨੇ, ਇਹ ਵਾਲੇ ਸਟੇਟ ਦੇ ਬੱਚਿਆਂ ਦਾ ਪੇਪਰ 4 ਨਵੰਬਰ 2023 ਨੂੰ ਹੋਏਗਾ। ਲੇਕਿਨ ਆਪਣਾ ਜਿਹੜਾ ਪੰਜਾਬ ਹੈ ਤੁਸੀਂ ਦੇਖ ਸਕਦੇ ਹੋ ਪੰਜਾਬ ਆਪਣਾ ਸੈਕਿੰਡ B ਦੇ ਵਿੱਚ ਆ ਰਿਹਾ ਹੈ। ਦੈਟ ਮੀਨਸ ਜਿਹੜੇ ਪੰਜਾਬ ਦੇ ਬੱਚੇ ਨੇ ਉਹਨਾਂ ਦਾ ਜਿਹੜਾ ਪੇਪਰ ਹੈ ਉਹ 20 ਜਨਵਰੀ 2024 ਨੂੰ ਹੋਏਗਾ, ਸੈਟਰਡੇ ਵਾਲੇ ਦਿਨ ਹੋਏਗਾ ਔਰ 11:30 ਵਜੇ ਹੋਏਗਾ। ਕਲੀਅਰ ਹੈ ਜੀ? ਸੋ ਰਾਜੇ ਬੇਸਿਕਲੀ ਤੁਸੀਂ ਪੜ੍ਹ ਤਾਂ ਸਾਰਾ ਸਕਦੇ ਹੋ ਲੇਕਿਨ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਪੰਜਾਬ ਦੇ ਬੱਚੇ ਹਾਂ, ਸੋ ਆਪਣਾ ਪੰਜਾਬ ਦਾ ਪੇਪਰ ਕਦੋਂ ਹੋਏਗਾ ਤੁਸੀਂ ਦੇਖ ਸਕਦੇ ਹੋ, ਠੀਕ ਹੈ ਜੀ। ਔਰ ਉਹਨਾਂ ਨੇ ਸਾਫ਼ ਕਿਹਾ ਹੋਇਆ ਕਿ ਦ ਲਾਸਟ ਡੇਟ ਟੂ ਸਬਮਿਟ ਆਨਲਾਈਨ ਐਪਲੀਕੇਸ਼ਨ ਇਜ਼ 10 ਅਗਸਤ 2023, ਠੀਕ ਹੈ। 10 ਅਗਸਤ ਜਿਹੜੀ ਹੈਗੀ ਅੱਜ ਫਿਲਹਾਲ ਤਾਂ ਅੱਜ ਤੁਹਾਡੇ ਕੋਲ ਕੁਛ ਮਹੀਨੇ ਤੋਂ ਉੱਪਰ ਦਿਨ ਪਏ ਨੇ, ਲੇਕਿਨ ਅਗਰ ਤੁਹਾਡਾ ਏਮ ਹੈਗਾ ਹੀ ਇਹ ਜਾਣਨ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਜਲਦੀ ਉਹ ਭਰ ਦਿਓ, ਠੀਕ ਹੈ। ਤੁਸੀਂ ਘਰੇ ਵੀ ਭਰ ਸਕਦੇ ਹੋਗੇ। ਅਗਰ ਤੁਸੀਂ ਖੁਦ ਫਾਰਮ ਭਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜ਼ਰੂਰ ਦੱਸ ਦਿਓ, ਫਿਰ ਮੈਂ ਤੁਹਾਡੇ ਲਈ ਇੱਕ ਉਹ ਵੀਡੀਓ ਵੀ ਤਿਆਰ ਕਰਕੇ ਦੇ ਦਾਂਗੀ ਕਿ ਤੁਸੀਂ ਕਿਸ ਤਰੀਕੇ ਨਾਲ ਫਾਰਮ ਫਿਲ ਕਰ ਸਕਦੇ ਹੋ। ਉਸ ਤੋਂ ਬਾਅਦ ਰਾਜੇ ਇਹਦੇ ਵਿੱਚ ਆਪਾਂ ਨੂੰ ਕੁਝ ਚੀਜ਼ਾਂ ਦਿੱਤੀਆਂ ਹੋਈਆਂ ਨੇ ਕਿ ਤੁਹਾਨੂੰ ਕੀ ਮਤਲਬ ਜਿਹੜੇ ਹੈਗੇ ਨੇ ਡਾਕੂਮੈਂਟਸ ਵਗੈਰਾ ਚਾਹੀਦੇ ਨੇ। ਦ ਫੋਲੋਇੰਗ ਡਾਕੂਮੈਂਟਸ ਇਨ ਸੌਫਟ ਫਾਰਮ JPG ਫਾਰਮੈਟ ਆਫ ਸਾਈਜ਼ 10 to 100 KB, ਮਤਲਬ ਕਿਹੜੇ ਸਰਟੀਫਿਕੇਟ ਚਾਹੀਦੇ ਮੈਂ ਤੁਹਾਨੂੰ ਆਲਰੇਡੀ ਦੱਸ ਦਿੰਦੀ ਹਾਂ। ਇੱਕ ਤਾਂ ਸਰਟੀਫਿਕੇਟ ਵੈਰੀਫਾਈਡ ਬਾਈ ਦ ਹੈਡਮਾਸਟਰ ਮੈਂਸ਼ਨਿੰਗ ਦ ਡਿਟੇਲਸ ਆਫ ਕੈਂਡੀਡੇਟ ਇਨ ਦ ਪ੍ਰਿਸਕ੍ਰਾਈਬਡ ਫਾਰਮੈਟ। ਬੇਸਿਕਲੀ ਰਾਜੇ ਇਹ ਇੱਕ ਸਰਟੀਫਿਕੇਟ ਹੈ ਜਿਹਦਾ ਨਾ ਇਸ ਪ੍ਰੋਸਪੈਕਟ ਦੇ ਬਿਲਕੁਲ ਲਾਸਟ 'ਤੇ ਦਿੱਤਾ ਹੋਇਆ ਹੈ, ਉਹ ਮੈਂ ਤੁਹਾਨੂੰ ਲਾਸਟ 'ਤੇ ਦਿਖਾ ਦਾਂਗੀ। ਇੱਕ ਤੁਹਾਨੂੰ ਇਹ ਸਰਟੀਫਿਕੇਟ ਚਾਹੀਦਾ, ਇੱਕ ਤੁਹਾਨੂੰ ਆਪਣੀ ਫੋਟੋਗ੍ਰਾਫ ਚਾਹੀਦੀ ਹੈ, ਇੱਕ ਤੁਹਾਨੂੰ ਆਪਣੇ ਪੇਰੈਂਟਸ ਦੇ ਸਿਗਨੇਚਰ ਚਾਹੀਦੇ ਨੇ, ਇੱਕ ਤੁਹਾਨੂੰ ਖੁਦ ਦੇ ਸਿਗਨੇਚਰ ਚਾਹੀਦੇ ਨੇ, ਅਤੇ ਸਭ ਤੋਂ ਇੰਪੋਰਟੈਂਟ ਰਾਜੇ ਤੁਹਾਨੂੰ ਆਧਾਰ ਕਾਰਡ ਚਾਹੀਦਾ ਹੈ। ਅਗਰ ਤੁਹਾਡਾ ਆਧਾਰ ਕਾਰਡ ਨਹੀਂ ਬਣਿਆ ਹੋਇਆ ਤਾਂ ਆਧਾਰ ਕਾਰਡ ਬਣਵਾ ਲਓ ਔਰ ਆਧਾਰ ਕਾਰਡ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਣਾ ਚਾਹੀਦਾ। ਲਾਈਕ ਫੋਰ ਐਗਜ਼ਾਮਪਲ ਰਾਜੇ ਤੁਹਾਡਾ ਨਾਮ ਹੈ ਜਸ਼ਨ, ਠੀਕ ਹੈ। ਜਸ਼ਨ ਦੇ ਸਪੈਲਿੰਗ ਇਹ ਹੁੰਦੇ ਨੇ, ਮੰਨ ਲਓ ਕਈ ਜਗ੍ਹਾ ਤੁਹਾਡੇ ਇਹ ਨਾਮ ਚੱਲ ਰਿਹਾ ਔਰ ਕਈ ਜਗ੍ਹਾ ਤੁਸੀਂ JASAN ਚਲਾ ਰਹੇ ਹੋ, ਮਤਲਬ ਹੈਗੇ ਤੁਸੀਂ ਸੇਮ ਹੀ ਹੋ ਲੇਕਿਨ ਤੁਹਾਡੇ ਨੇਮ ਅਲੱਗ-ਅਲੱਗ ਚੱਲ ਰਿਹਾ, ਤਾਂ ਇਹ ਚੀਜ਼ ਨੂੰ ਰਾਜੇ ਬਿਲਕੁਲ ਐਕਸੈਪਟ ਨਹੀਂ ਕੀਤਾ ਜਾਏਗਾ, ਠੀਕ ਹੈ। ਸੋ ਦੈਟ ਮੀਨਸ ਅਗਰ ਤੁਹਾਡੀ ਕੋਈ ਗਲਤੀ ਵਗੈਰਾ ਹੈਗੀ ਹੈ ਤਾਂ ਇਹਨੂੰ ਸੈੱਟ ਕਰਵਾ ਲਓ, ਹਜੇ ਤੁਹਾਡੇ ਕੋਲ ਟਾਈਮ ਹੈਗਾ ਏ। ਇਸ ਤੋਂ ਬਾਅਦ ਰਾਜੇ ਜਿਹੜੇ ਹੈਗੇ ਨੇ ਨਵੋਦਿਆ ਦੇ ਵਿੱਚ ਬਹੁਤ ਸਟ੍ਰਿਕਟਲੀ ਡਾਕੂਮੈਂਟ ਵਗੈਰਾ ਚੈੱਕ ਹੁੰਦੇ ਨੇ, ਅਗਰ ਉੱਥੇ ਗਲਤੀ ਨਿਕਲ ਆਉਂਦੀ ਹੈ ਤਾਂ ਫਿਰ ਤੁਹਾਡੀ ਐਡਮਿਸ਼ਨ ਨਹੀਂ ਹੋਏਗੀ, ਠੀਕ ਹੈ।
ਉਸ ਤੋਂ ਬਾਅਦ ਤੁਹਾਨੂੰ ਬੇਸਿਕ ਡਿਟੇਲਸ ਚਾਹੀਦੀਆਂ ਨੇਗੀਆਂ ਆਪਣੀਆਂ, ਜਿਵੇਂ ਤੁਹਾਡੀ ਸਟੇਟ, ਡਿਸਟ੍ਰਿਕਟ, ਬਲਾਕ, ਆਧਾਰ ਨੰਬਰ ਐਟਸੈਟਰਾ। ਇਹ ਸਾਰੀਆਂ ਜਿਹੜੀਆਂ ਬੇਸਿਕ ਤੁਹਾਨੂੰ ਮਤਲਬ ਇਹ ਡਾਕੂਮੈਂਟਸ ਦੀ ਜ਼ਰੂਰਤ ਹੈ ਫਾਰਮ ਨੂੰ ਭਰਨ ਦੇ ਲਈ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਇੰਪੋਰਟੈਂਟ ਬਸ ਮੈਂ ਤੁਹਾਨੂੰ ਦੱਸਣਾ, ਕਿਉਂਕਿ ਅਦਰਵਾਈਜ਼ ਦਾ ਸਰਟੀਫਿਕੇਟ ਇਹ ਬਹੁਤ ਜਿਹੜਾ ਪ੍ਰੋਸਪੈਕਟਸ ਹੈ ਬਹੁਤ ਲੈਂਥੀ ਹੈ, ਬਹੁਤ ਲੰਬਾ ਹੈ, ਠੀਕ ਹੈ। ਉਸ ਤੋਂ ਬਾਅਦ ਰਾਜੇ ਕਰੈਕਸ਼ਨ ਵਿੰਡੋ ਵੀ ਖੁੱਲੀ ਰਹੇਗੀ, ਲੇਕਿਨ ਬਸ ਆਪਾਂ ਕਰੈਕਸ਼ਨ ਕਿਉਂ ਕਰਨੀ ਹੈ, ਜਦ ਆਪਾਂ ਸਹੀ ਭਰਾਂਗੇ ਤਾਂ ਤੁਸੀਂ ਬਿਲਕੁਲ ਸਹੀ ਫਾਰਮ ਭਰਿਓ। ਅਦਰਵਾਈਜ਼ ਜਿਹੜਾ ਹੈਗਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦੀ ਹਾਂ, ਚਲੋ 10 ਅਗਸਤ ਨੂੰ ਤੁਹਾਡਾ ਮਤਲਬ ਲਾਸਟ ਡੇਟ ਹੈ। ਉਸ ਤੋਂ ਬਾਅਦ 11 ਦੇ 12 2 ਦਿਨ ਖੁੱਲ੍ਹਾ ਰਹੇਗਾ ਪੋਰਟਲ। ਕਿਹੜੇ ਵਾਲਾ ਪੋਰਟਲ ਖੁੱਲ੍ਹਾ ਰਹੇਗਾ? ਕਰੈਕਸ਼ਨ ਵਿੰਡੋ ਵਾਲਾ। ਮਤਲਬ ਅਗਰ ਤੁਹਾਡੇ ਤੋਂ ਕੁਝ ਗਲਤ ਭਰਿਆ ਗਿਆ ਤਾਂ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋਗੇ ਜਾ ਕੇ। ਉਸ ਤੋਂ ਬਾਅਦ ਰਾਜੇ ਐਡਮਿਟ ਕਾਰਡ ਕਦੋਂ ਆਏਗਾ? ਬੇਸਿਕਲੀ ਜਦੋਂ ਤੁਹਾਡਾ ਪੇਪਰ ਹੈ, ਉਹ ਪੇਪਰ ਤੋਂ ਮਤਲਬ ਜਿਹੜਾ ਹੈਗਾ 15 ਕੁ ਦਿਨ ਪਹਿਲਾਂ ਤੁਹਾਡਾ ਐਡਮਿਟ ਕਾਰਡ ਆ ਜਾਂਦਾ। ਦੈਟ ਮੀਨਸ ਆਪਣਾ ਪੇਪਰ ਸੀਗਾ ਜਨਵਰੀ ਦੇ ਵਿੱਚ, ਮੈਂ ਜਨਵਰੀ ਦੀ ਐਕਚੁਅਲੀ ਡੇਟ ਭੁੱਲ ਗਈ, ਤਾਂ ਬਸ ਇਹ ਸਮਝ ਲਓ ਕਿ 1 ਜਨਵਰੀ ਦੇ ਆਸ-ਪਾਸ ਤੁਹਾਡੇ ਜਿਹੜੇ ਹੈਗੇ ਨੇ ਐਡਮਿਟ ਕਾਰਡ ਵਗੈਰਾ ਆ ਜਾਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਰਿਜ਼ਲਟ ਆਫ ਦ ਸਿਲੈਕਸ਼ਨ। ਇਹ ਰਿਜ਼ਲਟ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਜਿਹੜਾ ਹੈਗਾ ਅਗਰ ਤੁਸੀਂ ਆਪਣੇ ਚੈਨਲ ਨਾਲ ਜੁੜੇ ਰਹੋਗੇ ਤੁਹਾਨੂੰ ਰਿਜ਼ਲਟ ਵਗੈਰਾ ਸਾਰਾ ਕੁਝ ਆਪਾਂ ਔਨਲਾਈਨ ਪ੍ਰੋਵਾਈਡ ਕਰ ਦਾਂਗੇ। ਅਦਰਵਾਈਜ਼ ਤੁਸੀਂ ਰਿਜ਼ਲਟ ਵਗੈਰਾ ਜਵਾਹਰ ਨਵੋਦਿਆ ਵਿਦਿਆਲਿਆ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਜਾਂ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਪਤਾ ਕਰ ਸਕਦੇ ਹੋ, ਲੇਕਿਨ ਜ਼ਰੂਰਤ ਨਹੀਂ ਪੈਂਦੀ ਬਿਕੋਜ਼ ਔਨਲਾਈਨ ਹੀ ਰਿਜ਼ਲਟ ਆ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਰਾਜੇ ਤੁਸੀਂ ਨੈਕਸਟ ਦੇਖ ਸਕਦੇ ਹੋ। ਉਸ ਤੋਂ ਬਾਅਦ ਰਾਜੇ ਇਹਨਾਂ ਨੇ ਕੀ ਕਿਹਾ ਹੋਇਆ, ਕਈ ਬੱਚੇ ਕੀ ਹੁੰਦੇ ਨੇ ਨਾ, ਜਦੋਂ ਉਹਨਾਂ ਦਾ ਰਿਜ਼ਲਟ ਆਉਂਦਾ ਉਦੋਂ ਹੀ ਉਹ ਆਪਣਾ TC ਲੈ ਲੈਂਦੇ ਨੇ, ਠੀਕ ਹੈ। ਮਤਲਬ TC ਕੀ ਹੁੰਦਾ? ਟਰਾਂਸਫਰ ਸਰਟੀਫਿਕੇਟ। ਉਹਨਾਂ ਨੇ ਕਿਹਾ ਹੋਇਆ ਕਿ ਜਿੰਨਾ ਚਿਰ ਤੁਹਾਡੇ ਡਾਕੂਮੈਂਟ ਵੈਰੀਫਾਈ ਨਹੀਂ ਹੋ ਜਾਂਦੇ ਤੁਸੀਂ ਆਪਣਾ ਜਿਹੜਾ ਪਿਛਲਾ ਸਕੂਲ ਹੈ ਉਹ ਤੋਂ TC ਨਹੀਂ ਲੈਣਾ, ਮਤਲਬ ਟਰਾਂਸਫਰ ਸਰਟੀਫਿਕੇਟ ਨਹੀਂ ਲੈਣਾ। ਦੈਟ ਮੀਨ ਜਦੋਂ ਤੱਕ ਤੁਸੀਂ 100% ਸ਼ੋਰ ਨਹੀਂ ਹੋ ਜਾਂਦੇ ਕਿ ਤੁਹਾਡੀ ਜਵਾਹਰ ਜਿਹੜਾ ਆਪਣਾ ਨਵੋਦਿਆ ਸਕੂਲ ਹੈ, ਵਿਦਿਆਲਿਆ ਹੈ, ਉੱਥੇ ਐਡਮਿਸ਼ਨ ਹੋ ਜਾਏਗੀ, ਤਾਂ ਹੀ ਤੁਸੀਂ TC ਲੈਣਾ ਹੈ। ਕਿਉਂਕਿ ਰਾਜੇ ਕਈ ਬੱਚੇ ਐਗਜ਼ਾਮ ਤਾਂ ਕਲੀਅਰ ਕਰ ਜਾਂਦੇ ਨੇ ਲੇਕਿਨ ਉਹਨਾਂ ਦੇ ਡਾਕੂਮੈਂਟ ਨਹੀਂ ਬਣਦੇ ਹੈਗੇ, ਡਾਕੂਮੈਂਟ ਗਲਤ ਹੋ ਜਾਂਦੇ ਤਾਂ ਉਹਨਾਂ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ ਹੈਗੀ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਹੋਰ ਇੰਪੋਰਟੈਂਟ ਚੀਜ਼ਾਂ ਅਗਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਇੱਥੇ ਹੋਰ ਵੀ ਦੇਖ ਲਓ, ਇੱਥੇ ਕੋਈ ਰੀਵੈਲਿਊਏਸ਼ਨ ਵਗੈਰਾ ਨਹੀਂ ਹੈ, ਠੀਕ ਹੈ। ਕੋਈ ਰੀਟੋਟਲਿੰਗ ਵਗੈਰਾ ਨਹੀਂ, ਮਤਲਬ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨੰਬਰ ਗਲਤ ਜੁੜੇ ਨੇ ਤਾਂ ਉੱਥੇ ਕੋਈ ਦੁਬਾਰਾ ਚੈੱਕ ਨਹੀਂ ਕਰੇਗਾ, ਠੀਕ ਹੈ। ਮਤਲਬ ਰੀਵੈਲਿਊਏਸ਼ਨ ਦੀ ਸੁਵਿਧਾ ਇਹਦੇ ਵਿੱਚ ਨਹੀਂ ਹੈ। ਉਸ ਤੋਂ ਬਾਅਦ ਰਾਜੇ ਇਹਨਾਂ ਨੇ ਕਿਹਾ ਹੋਏਗਾ JNV located in Hindi speaking stage may have to migrate to another non okay ਮਾਈਗ੍ਰੇਸ਼ਨ ਵਾਲੀ ਦੀ ਤੁਹਾਨੂੰ ਤਾਂ ਜ਼ਰੂਰਤ ਨਹੀਂ ਹੈ ਬਿਕੋਜ਼ ਆਪਾਂ ਤਾਂ ਪੰਜਾਬ ਦੇ ਵਿੱਚ ਹੀ ਪੜ੍ਹਨਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਤੁਸੀਂ ਦੇਖ ਸਕਦੇ ਹੋ ਓਕੇ, ਜਿਹੜੇ ਬੱਚੇ SC ST ਜਾਂ OBC ਕਾਸਟ ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਔਰ ਇਹਦੇ 'ਚ ਮੈਂ ਇੱਕ ਗੱਲ ਦੱਸਦਾ, ਜਿਹੜੇ ਬੱਚੇ OBC ਕੈਟੇਗਰੀ ਤੋਂ ਬਿਲੋਂਗ ਕਰਦੇ ਆ ਉਹਨਾਂ ਦਾ ਜਿਹੜਾ ਹੈਗਾ ਸੈਂਟਰਲ ਲਿਸਟ ਦੇ ਵਿੱਚ ਨਾਮ ਹੋਣਾ ਚਾਹੀਦਾ। ਮਤਲਬ ਰਾਜੇ ਤੁਹਾਡਾ ਸੈਂਟਰਲ ਜਿਹੜਾ ਸਰਟੀਫਿਕੇਟ ਹੈ ਉਹ ਬਣਿਆ ਹੋਣਾ ਚਾਹੀਦਾ। ਇੱਥੇ ਅਗਰ ਤੁਹਾਡੇ ਕੋਲ OBC ਦਾ ਸਟੇਟ ਦਾ ਸਰਟੀਫਿਕੇਟ ਹੈ ਉਹ ਨਹੀਂ ਮੰਨਿਆ ਜਾਏਗਾ। ਕਿਉਂਕਿ ਰਾਜੇ ਕਈ OBC ਦੇ ਵਿੱਚ ਇੱਦਾਂ ਦੀਆਂ ਕਾਸਟ ਹੁੰਦੀਆਂ ਨੇ ਜਿਹੜੀਆਂ ਸਟੇਟ ਦੇ ਵਿੱਚ ਤਾਂ ਐਲੀਜੀਬਲ ਹੁੰਦੀਆਂ ਨੇ ਲੇਕਿਨ ਜਿਹੜੀ ਸੈਂਟਰਲ ਲਿਸਟ ਦੇ ਵਿੱਚ ਨਹੀਂ ਹੁੰਦੀਆਂ। ਸੋ ਜਿਹੜੀ OBC ਦੇ ਅੰਡਰ ਤੁਹਾਡੀ ਕਾਸਟ ਹੈ ਉਹ ਸੈਂਟਰਲ ਲਿਸਟ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਨੂੰ ਰਿਜ਼ਰਵੇਸ਼ਨ ਮਿਲੇਗੀ। ਇੱਥੇ ਰਾਜੇ ਰਿਜ਼ਰਵੇਸ਼ਨ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਬਿਕੋਜ਼ ਕਾਫੀ ਜ਼ਿਆਦਾ ਰਿਜ਼ਰਵੇਸ਼ਨ ਮਿਲਦੀ ਹੈ। ਈਵਨ ਜਿਹੜੇ ਬੱਚੇ ਰੂਰਲ ਏਰੀਆ ਤੋਂ ਬਿਲੋਂਗ ਕਰਦੇ ਆ, ਮਤਲਬ ਜਿਹੜੇ ਬੱਚੇ ਪਿੰਡਾਂ ਦੇ ਸਕੂਲਾਂ ਤੋਂ ਪੜ੍ਹੇ ਹੁੰਦੇ ਆ ਉਹਨਾਂ ਨੂੰ 75% ਰਿਜ਼ਰਵੇਸ਼ਨ ਮਿਲਦੀ ਹੈ। ਸੋ ਰਿਜ਼ਰਵੇਸ਼ਨ ਬਹੁਤ ਹੀ ਇੰਪੋਰਟੈਂਟ ਹੈ, ਠੀਕ ਹੈ। ਸੋ ਦੈਟ ਮੀਨਸ ਤੁਹਾਡੇ ਕੋਲ OBC ਦਾ ਸਰਟੀਫਿਕੇਟ ਕਿਹੜਾ ਹੋਣਾ ਚਾਹੀਦਾ? ਸੈਂਟਰਲ ਲਿਸਟ ਵਾਲਾ ਹੋਣਾ ਚਾਹੀਦਾ, ਠੀਕ ਹੈ ਜੀ। ਓਕੇ, ਨੈਕਸਟ ਦੇਖ ਲਓ ਰਾਜੇ, ਕੈਂਡੀਡੇਟ ਅਪਲਾਈਂਗ ਫॉर ਐਡਮਿਸ਼ਨ ਅੰਡਰ ਰੂਰਲ ਕੈਟੇਗਰੀ ਵਿਲ ਹੈਵ ਟੂ ਪ੍ਰੋਡਿਊਸ ਅ ਸਰਟੀਫਿਕੇਟ। ਓਕੇ, ਜਿਹੜੇ ਬੱਚੇ ਰੂਰਲ ਕੈਟੇਗਰੀ ਤੋਂ ਮਤਲਬ ਜਿਹੜੇ ਬੱਚੇ ਇਹ ਫਿਲ ਕਰ ਰਹੇ ਨੇ ਕਿ ਅਸੀਂ ਰੂਰਲ ਕੈਟੇਗਰੀ ਤੋਂ ਪੜ੍ਹੇ ਹਾਂ ਉਹਨਾਂ ਕੋਲੇ 3rd 4th ਤੇ 5th ਉਹਨਾਂ ਨੇ ਆਪਣੀ ਰੂਰਲ ਏਰੀਆ ਦੇ ਕਿਸੇ ਸਕੂਲ 'ਚੋਂ ਕੀਤੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗਾ ਕਿ ਤੁਸੀਂ 3rd ਕਿਸੇ ਪ੍ਰਾਈਵੇਟ ਸਕੂਲ 'ਚੋਂ ਕੀਤੀ ਹੈ, 4th ਔਰ 5th ਤੁਸੀਂ ਕਿਸੇ ਮਤਲਬ ਪਿੰਡ ਦੇ ਸਕੂਲ 'ਚੋਂ ਕੀਤੀ ਹੈ। ਨਹੀਂ, ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ 3rd 4th ਐਂਡ 5th ਇੱਕ ਮਿੰਟ ਸੈੱਟ ਕਰ ਲਈਏ 3rd 4th ਐਂਡ 5th ਤਿੰਨੋਂ ਦੀਆਂ ਤਿੰਨੋਂ ਕਲਾਸਾਂ ਤੁਸੀਂ ਕਿਸੇ ਵੀ ਸਰਕਾਰੀ ਸਕੂਲ 'ਚੋਂ ਕੀਤੀਆਂ ਹੁਣ ਤਾਂ ਹੀ ਤੁਸੀਂ ਜਿਹੜਾ ਹੈਗਾ ਮਤਲਬ ਰੂਰਲ ਕੈਟੇਗਰੀ ਦੇ ਵਿੱਚ ਅਪਲਾਈ ਕਰ ਸਕਦੇ ਹੋਗੇ, ਠੀਕ ਹੈ। ਜਿਹੜੇ ਬੱਚੇ ਰਾਜੇ ਦਿਵਿਆਂਗ ਨੇਗੇ ਹੈ ਨਾ ਉਹਨਾਂ ਦੇ ਕੋਲ ਵੀ ਆਪਣੇ ਸਰਟੀਫਿਕੇਟ ਹੋਣੇ ਚਾਹੀਦੇ ਨੇਗੇ, ਉਹਨਾਂ ਦੀਆਂ ਪ੍ਰੋਪਰ ਇੱਥੇ ਕੰਡੀਸ਼ਨਸ ਵਗੈਰਾ ਦਿੱਤੀਆਂ ਹੋਈਆਂ ਨੇ। ਸੋ ਤੁਹਾਡੇ ਕੋਲ ਵੀ ਆਪਣਾ ਸਰਟੀਫਿਕੇਟ ਹੋਣਾ ਚਾਹੀਦਾ, ਠੀਕ ਹੈ। ਜਿਹੜਾ ਸਾਰੇ ਦਾ ਸਾਰਾ ਪ੍ਰੋਸੈਸ ਹੈ 31 ਦਸੰਬਰ 2024 ਤੱਕ ਖਤਮ ਹੋ ਜਾਏਗਾ। ਮਤਲਬ ਵੀ ਦ ਇੰਟਾਇਰ ਐਡਮਿਸ਼ਨ ਪ੍ਰੋਸੈਸ ਇਨਕਲੂਡਿੰਗ ਰਿਲੀਜ਼ ਆਫ ਵੇਟ ਲਿਸਟ ਵਿਲ ਬੀ ਕਲੋਜ਼ਡ ਬਾਈ, ਇੰਨੇ ਕੰਮ ਦੀ ਗੱਲ ਨਹੀਂ ਹੈ ਆਪਣੇ, ਇਹ ਤੁਸੀਂ ਰਹਿਣ ਦਿਓ, ਠੀਕ ਹੈ। ਹੁਣ ਆਹ ਇੰਪੋਰਟੈਂਟ ਚੀਜ਼ ਹੈ ਕਿ ਕੌਣ ਐਲੀਜੀਬਲ ਹੈ, ਤਾਂ ਉਹਨਾਂ ਨੇ ਕਿਹਾ ਹੈ ਐਡਮਿਸ਼ਨ ਆਫ ਕੈਂਡੀਡੇਟ ਟੂ ਕਲਾਸ 6th ਇਨ ਅ JNV ਇਜ਼ ਅ ਡਿਸਟ੍ਰਿਕਟ ਸਪੈਸੀਫਿਕ। ਮਤਲਬ ਇਹਦਾ ਕੀ ਹੈ, ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਰਾਜੇ, ਉਹਨੂੰ ਹੀ ਐਡਮਿਸ਼ਨ ਮਿਲੇਗੀ। ਮਤਲਬ ਮੰਨ ਲਓ ਇੱਕ ਬੱਚਾ ਹੈ, ਠੀਕ ਹੈ, ਫੋਰ ਐਗਜ਼ਾਮਪਲ ਉਹਦਾ ਰਾਜੇ ਜਿਹੜਾ ਘਰ ਹੈ, ਬੱਚੇ ਦਾ ਜਿਹੜਾ ਘਰ ਹੈ, ਉਸ ਤੋਂ ਬਾਅਦ ਬੱਚੇ ਦੀ ਜਿਹੜੀ ਪੜ੍ਹਾਈ ਹੈ, ਪੜ੍ਹਾਈ ਅਤੇ ਬੱਚਾ ਜਿੱਥੇ ਰਹਿ ਰਿਹਾ ਯਾਨੀ ਨਿਵਾਸ ਸਥਾਨ, ਪੜ੍ਹਾਈ ਤਾਂ ਹੋ ਗਈ, ਘਰ ਹੋ ਗਿਆ, ਪੜ੍ਹਾਈ ਹੋ ਗਈ ਰਾਜੇ। ਇਹ ਇੱਕ ਮਿੰਟ ਮੈਂ ਦੁਬਾਰਾ ਐਕਸਪਲੇਨ ਕਰਦੀ ਹਾਂ ਇਸ ਪੁਆਇੰਟ ਨੂੰ। ਜਿਹੜਾ ਰਾਜੇ ਸਟੂਡੈਂਟ ਹੈ
ਉਹ ਸਟੂਡੈਂਟ ਦਾ ਘਰ ਹੋ ਗਿਆ, ਠੀਕ ਹੈ। ਉਹ ਸਟੂਡੈਂਟ ਦੀ ਜਿਹੜੀ ਉਹਨੇ ਪੜ੍ਹਾਈ ਕੀਤੀ ਹੈ, ਮਤਲਬ ਜਿਹੜੀ ਵੀ ਤੁਸੀਂ ਹੁਣ 5th ਕਲਾਸ ਦੇ ਵਿੱਚ ਪੜ੍ਹ ਰਹੇ ਹੋ, ਅਤੇ ਜਿਹੜਾ ਤੁਹਾਡਾ ਇਹ ਨਵੋਦਿਆ ਵਿਦਿਆਲੇ ਆ, ਇਹ ਸਾਰੇ ਇੱਕੋ ਹੀ ਡਿਸਟ੍ਰਿਕਟ ਦੇ ਵਿੱਚ ਹੋਣੇ ਚਾਹੀਦੇ ਨੇ, ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਹੋਰ ਕਿਤੇ ਡਿਸਟ੍ਰਿਕਟ ਦੇ ਵਿੱਚ ਅਪਲਾਈ ਕਰ ਦਿਓ, ਠੀਕ ਹੈ। ਇੱਕੋ ਹੀ ਸਾਰਾ ਕੁਝ ਸੇਮ ਹੋਣਾ ਚਾਹੀਦਾ। ਤੁਸੀਂ ਇੱਥੇ ਦੇਖ ਸਕਦੇ ਹੋ, ਵੇਅਰ ਦ ਜਵਾਹਰ ਨਵੋਦਿਆ ਵਿਦਿਆਲੇ ਹੈਜ਼ ਬੀਨ ਲੋਕੇਟਡ ਐਂਡ ਸਟੱਡੀ ਕਲਾਸ 5th ਇਨ ਦ ਸੇਮ ਡਿਸਟ੍ਰਿਕਟ ਆਰ ਐਲੀਜੀਬਲ ਟੂ ਅਪਲਾਈ ਫॉर ਐਡਮਿਸ਼ਨ। ਦੈਟ ਮੀਨਸ ਸੇਮ ਸਾਰਾ ਕੁਝ ਹੋਣਾ ਚਾਹੀਦਾ, ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਤੁਸੀਂ ਨੈਕਸਟ ਦੇਖ ਸਕਦੇ ਹੋ, candidate has to reside in a district where he or she is seeking admission in the JNV located in the same district। ਮਤਲਬ ਜਿਹੜੇ ਬੱਚੇ ਜਿਹੜੇ ਵੀ ਨਵੋਦਿਆ ਵਿਦਿਆਲੇ 'ਚ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਸੇ ਡਿਸਟ੍ਰਿਕਟ ਦੇ ਵਿੱਚ ਉਹ ਖੁਦ ਰਹਿਣੇ ਚਾਹੀਦੇ ਨੇ। ਮਤਲਬ ਅਗਰ ਤੁਸੀਂ ਸੰਗਰੂਰ ਵਾਲੀ ਨਵੋਦਿਆ 'ਚ ਐਡਮਿਸ਼ਨ ਲੈਣੀ ਹੈ ਤਾਂ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਹੋਣੇ ਚਾਹੀਦੇ ਹੋਗੇ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਇਹਨਾਂ ਨੇ ਕਿਹਾ ਕੈਂਡੀਡੇਟ ਹੈਜ਼ ਟੂ ਸਟੱਡੀ ਕਲਾਸ 5th in any of the government or the government recognized school located in the same district during 2023-24। ਹੁਣ ਜਿਹੜੇ ਬੱਚੇ 5ਵੀਂ ਕਲਾਸ 'ਚ ਨੇਗੇ ਉਹਨਾਂ ਦਾ 2023-24 ਸੈਸ਼ਨ ਚੱਲ ਰਿਹਾ। ਦੈਟ ਮੀਨ ਜਿਹੜੇ ਬੱਚੇ ਇਸ ਟਾਈਮ 5ਵੀਂ ਕਲਾਸ ਕਰ ਰਹੇ ਨੇ ਇਹ ਉਹੀ ਬੱਚੇ ਭਰ ਸਕਦੇ ਨੇਗੇ। ਇਹਨਾਂ ਨੇ ਕਿਹਾ ਹੋਇਆ ਕਿਹੜੇ ਬੱਚੇ ਨਹੀਂ ਭਰ ਸਕਦੇ, ਜਿਹੜੇ ਬੱਚਿਆਂ ਨੇ 5ਵੀਂ ਕਲਾਸ ਹੋ ਚੁੱਕੀ ਹੈ ਜਾਂ ਜਿਹੜੇ ਬੱਚੇ ਦੁਬਾਰਾ 5ਵੀਂ ਕਲਾਸ ਕਰ ਰਹੇ ਆ, ਦੂਜੀ ਵਾਰੀ 5ਵੀਂ ਕਲਾਸ ਕਰ ਰਹੇ ਆ, ਉਹਨਾਂ ਨੂੰ ਐਡਮਿਸ਼ਨ ਨਹੀਂ ਮਿਲੇਗੀ। ਕੈਂਡੀਡੇਟ ਹੂ ਹੈਵ ਪਾਸਡ ਕਲਾਸ 5th ਬਿਫੋਰ ਦ ਸੈਸ਼ਨ 2023-24, ਮਤਲਬ ਜਿਹੜੇ 2023-24 ਸੈਸ਼ਨ ਤੋਂ ਪਹਿਲਾਂ ਬੱਚਿਆਂ ਨੇ 5ਵੀਂ ਕੀਤੀ ਹੈ ਉਹਨਾਂ ਨੂੰ ਕੋਈ ਅਲਾਊਡ ਨਹੀਂ ਹੈ ਇਹ ਫਾਰਮ ਭਰਨਾ। ਅਗਰ ਤੁਸੀਂ ਫਾਰਮ ਭਰ ਵੀ ਦਿੱਤੇ ਤਾਂ ਜਦੋਂ ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਤਾਂ ਉੱਥੇ ਬਹੁਤ ਵੱਡੀ ਗੜਬੜ ਹੋ ਜਾਏਗੀ। ਹੁਣ ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਡੇਟ ਆਫ ਬਰਥ ਇੱਥੇ ਬਹੁਤ ਮਾਇਨੇ ਰੱਖਦੀ ਹੈ। ਜਿਹੜੇ ਵੀ ਬੱਚੇ ਜਾਣਾ ਚਾਹੁੰਦੇ ਨੇ ਅਗਰ ਤਾਂ ਉਹ 1/5/2012 ਤੋਂ ਬਾਅਦ ਅਤੇ 31/7/2014 ਤੋਂ ਪਹਿਲਾਂ ਜੰਮੇ ਹੋਣੇ ਚਾਹੀਦੇ ਨੇ। ਆਈ ਰਿਪੀਟ 1/5/2012 ਤੋਂ ਬਾਅਦ ਅਤੇ 31/7/2014 ਤੋਂ ਪਹਿਲਾਂ ਰਾਜੇ ਤੁਹਾਡਾ ਬਰਥ ਹੋਣਾ ਚਾਹੀਦਾ। ਤੁਸੀਂ ਕਹੋਗੇ ਮੈਮ ਜਿਨ੍ਹਾਂ ਦੀ ਡੇਟ ਆਫ ਬਰਥ ਇਹ ਹੈ ਉਹ ਕੀ ਕਰਨ, ਤਾਂ ਰਾਜੇ ਜਿਹੜੇ ਬੱਚੇ 1/5/2012 ਜਾਂ 31/7/2014 ਦੇ ਦਿਨ ਪੈਦਾ ਹੋਏ ਸੀ ਉਹ ਵੀ ਬੱਚੇ ਐਲੀਜੀਬਲ ਨੇ, ਯਾਨੀ ਉਹ ਵੀ ਬੱਚੇ ਫਾਰਮ ਭਰ ਸਕਦੇ ਨੇ, ਕਿਉਂਕਿ ਇਹਨਾਂ ਨੇ ਕੀ ਲਿਖਿਆ ਹੋਇਆ ਬੋਥ ਡੇਟਸ ਆਰ ਇਨਕਲੂਸਿਵ ਮਤਲਬ ਇਨਕਲੂਡ ਕੀਤੀਆਂ ਗਈਆਂ ਨੇ। ਯਾਨੀ ਤੁਸੀਂ 1/5/2012 ਨੂੰ ਹੋਣੇ ਚਾਹੀਦੇ ਹੋ ਜਾਂ ਉਸ ਤੋਂ ਬਾਅਦ ਜਾਂ ਫਿਰ 31/7/2014 ਅਤੇ ਉਸ ਤੋਂ ਪਹਿਲਾਂ। ਆਈ ਹੋਪ ਇਹ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ ਰਾਜੇ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੁਹਾਡਾ ਇੱਥੇ ਪ੍ਰੋਪਰ ਮੈਡੀਕਲ ਵਗੈਰਾ ਦਾ ਵੀ ਸਰਟੀਫਿਕੇਟ ਲੱਗਦਾ। ਚਲੋ ਬਾਅਦ ਦੀਆਂ ਗੱਲਾਂ ਨੇ, ਫਿਲਹਾਲ ਤੁਹਾਡੇ ਲਈ ਬਸ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨਾ ਮੇਰਾ ਮਕਸਦ ਹੈ, ਅਦਰਵਾਈਜ਼ ਵੀਡੀਓ ਬਹੁਤ ਲੈਂਥੀ ਹੋ ਜਾਏਗੀ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਨੋ ਕੈਂਡੀਡੇਟ ਇਜ਼ ਐਲੀਜੀਬਲ ਟੂ ਅਪਲਾਈ ਫॉर ਦ ਸਿਲੈਕਸ਼ਨ ਟੈਸਟ ਫॉर ਦ ਸੈਕਿੰਡ ਟਾਈਮ। ਰਾਜੇ ਤੁਸੀਂ ਮਤਲਬ ਸੈਕਿੰਡ ਟਾਈਮ ਇਹ ਨਹੀਂ ਕਰ ਸਕਦੇ ਹੈਗੇ, ਇੱਕੋ ਹੀ ਵਾਰੀ ਸਾਰਾ ਕੁਝ ਹੋਏਗਾ। ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਰਜਿਸਟ੍ਰੇਸ਼ਨ ਆਈ ਆਪਣੀਆਂ 2-3 ਵਾਰੀ ਕਰਵਾ ਦਿਓ, ਇੱਕੋ ਹੀ ਵਾਰ ਤੁਸੀਂ ਬਹੁਤ ਪ੍ਰੋਪਰ ਤਰੀਕੇ ਨਾਲ ਆਪਣੀ ਸਾਰੀ ਇਨਫੋਰਮੇਸ਼ਨ ਸੈਂਡ ਕਰਨੀ ਹੈ, ਠੀਕ ਹੈ ਜੀ। ਮਤਲਬ ਫਿਲ ਕਰਨੀ ਹੈ ਜਿਹੜਾ ਵੀ ਆਪਣੇ ਕੋਲ ਫਾਰਮ ਵਗੈਰਾ ਹੋਏਗਾ। ਅਤੇ ਤੁਹਾਨੂੰ ਇੱਥੇ ਆਧਾਰ ਕਾਰਡ ਜਿਹੜਾ ਹੈਗਾ ਬਹੁਤ ਜ਼ਰੂਰੀ ਚਾਹੀਦਾ, ਤੁਸੀਂ ਇੱਕ ਵਾਰ ਫਿਰ ਸੁਣ ਸਕਦੇ ਹੋ। ਉਸ ਤੋਂ ਬਾਅਦ ਰਾਜੇ ਜਿਹੜੇ ਰੂਰਲ ਕੈਂਡੀਡੇਟ ਨੇ ਉਹਨਾਂ ਦੇ ਲਈ 75% ਰਿਜ਼ਰਵੇਸ਼ਨ ਹੈ, ਔਰ 75 ਬਹੁਤ ਹੁੰਦਾ, ਠੀਕ ਹੈ। 75% ਜਿਹੜੀ ਰਿਜ਼ਰਵੇਸ਼ਨ ਹੈ ਉਹ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਰੂਰਲ ਏਰੀਆ ਤੋਂ ਬਿਲੋਂਗ ਕਰਦੇ ਨੇ, ਮਤਲਬ ਰੂਰਲ ਏਰੀਆ ਦੇ ਸਕੂਲਾਂ ਦੇ ਵਿੱਚ ਪੜ੍ਹੇ ਨੇ, ਯਾਨੀ ਪਿੰਡਾਂ ਦੇ ਸਕੂਲਾਂ 'ਚ ਪੜ੍ਹੇ ਨੇ, ਠੀਕ ਹੈ। ਉਹਦੇ ਲਈ ਜ਼ਰੂਰੀ ਇਹ ਹੈ ਕਿ ਤੁਸੀਂ ਆਪਣੀ 3rd 4th ਐਂਡ 5th ਤਿੰਨੇ ਕਲਾਸਾਂ ਜਿਹੜੀਆਂ ਹੈਗੀਆਂ ਨੇ ਸਰਕਾਰੀ ਸਕੂਲ 'ਚੋਂ ਕੀਤੀਆਂ ਹੋਣੀਆਂ ਚਾਹੀਦੀਆਂ ਨੇ। ਹਾਊਐਵਰ ਦ ਕੈਂਡੀਡੇਟ ਸ਼ੁੱਡ ਸਟੱਡੀ ਫੁੱਲ ਅਕੈਡਮਿਕ ਸੈਸ਼ਨ ਅੰਡਰ ਰੂਰਲ ਏਰੀਆ ਇਨ ਕਲਾਸ 5th ਫਰੋਮ ਦ ਸੇਮ ਡਿਸਟ੍ਰਿਕਟ ਵੇਅਰ ਐਡਮਿਸ਼ਨ ਇਜ਼ ਸੌਟ। ਮਤਲਬ ਜਿਹੜੇ ਵੀ ਜ਼ਿਲ੍ਹੇ 'ਚ ਬੱਚੇ ਨੇ ਐਡਮਿਸ਼ਨ ਲੈਣੀ ਹੈ ਉੱਥੇ ਹੀ ਬੱਚੇ ਨੇ 5ਵੀਂ ਕਲਾਸ ਕੀਤੀ ਹੋਵੇ, ਦੈਟਸ ਇਟ, ਠੀਕ ਹੈ। ਉਸ ਤੋਂ ਬਾਅਦ ਰਾਜੇ ਇਹਨਾਂ ਨੇ ਕੁਝ ਅਰਬਨ ਕੈਂਡੀਡੇਟਸ ਦੀ ਗੱਲ ਕੀਤੀ ਆ, ਕੈਂਡੀਡੇਟ ਹੂ ਹੈ ਸਟੱਡੀ ਇਨ ਸਕੂਲ। ਹੁਣ ਮਤਲਬ ਇਹ ਨਹੀਂ ਹੈਗਾ ਕਿ ਸਿਰਫ ਪਿੰਡਾਂ ਵਾਲੇ ਬੱਚਿਆਂ ਨੂੰ ਐਡਮਿਸ਼ਨ ਮਿਲਣੀ ਹੈ, ਅਰਬਨ ਏਰੀਆ ਵਾਲੇ ਬੱਚਿਆਂ ਨੂੰ ਵੀ ਐਡਮਿਸ਼ਨ ਮਿਲਣੀ ਹੈ, ਠੀਕ ਹੈ। ਉਹਨਾਂ ਨੇ ਰਾਜੇ ਬਸ ਇਹ ਹੋਵੇ ਕਿ ਸਿੰਗਲ ਡੇ ਵੀ ਕਿਸੇ ਮਤਲਬ ਵੀ ਸਿੰਗਲ ਡੇ ਆਫ ਸੈਸ਼ਨ ਦਿਸ ਵਿਲ ਬੀ ਕੰਸੀਡਰਡ ਐਜ਼ ਐਨ ਅਰਬਨ ਕੈਂਡੀਡੇਟ। ਅਗਰ ਕਿਸੇ ਬੱਚੇ ਨੇ 3, 4 ਔਰ 5ਵੀਂ ਦੇ ਵਿੱਚੋਂ ਕੋਈ ਇੱਕ ਦਿਨ ਵੀ ਪ੍ਰਾਈਵੇਟ 'ਚ ਪੜ੍ਹਿਆ ਨਾ ਤਾਂ ਉਹ ਫਿਰ ਜਿਹੜਾ ਹੈਗਾ ਉਹ ਰਿਜ਼ਰਵੇਸ਼ਨ 'ਚ ਨਹੀਂ ਆਏਗਾ, ਉਹਨੂੰ ਅਰਬਨ ਹੀ ਮੰਨਿਆ ਜਾਏਗਾ, ਠੀਕ ਹੈ ਰਾਜੇ। ਉਸ ਤੋਂ ਬਾਅਦ ਟਰਾਂਸਜੈਂਡਰ ਦੀ ਗੱਲ ਕੀਤੀ ਗਈ ਹੈ। ਟਰਾਂਸਜੈਂਡਰ ਦੇ ਲਈ ਰਾਜੇ ਇੱਥੇ ਕੋਈ ਵੀ ਜਿਹੜੀ ਹੈਗੀ ਰਿਜ਼ਰਵੇਸ਼ਨ ਨਹੀਂ ਹੈ, ਠੀਕ ਹੈ। ਰਿਜ਼ਰਵੇਸ਼ਨ ਆਫ ਸੀਟ ਤੁਸੀਂ ਦੁਬਾਰਾ ਫਿਰ ਪੜ੍ਹ ਸਕਦੇ ਹੋ, ਰਿਜ਼ਰਵੇਸ਼ਨ ਦੀ ਗੱਲ ਕੀਤੀ ਗਈ ਹੈ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 15% ਰਿਜ਼ਰਵੇਸ਼ਨ SC ਦੀ ਹੈ, 7.5% ST ਦੀ ਹੈ, ਅਤੇ ਕੁੱਲ ਮਿਲਾ ਕੇ ਮਤਲਬ 50% ਤੋਂ ਉੱਪਰ ਨਹੀਂ ਜਾਊਗੀ ਇਹ। ਉਸ ਤੋਂ ਬਾਅਦ ਜਿਹੜੀ ਹੈਗੀ 27% ਰਿਜ਼ਰਵੇਸ਼ਨ ਜਿਹੜੀ ਹੈਗੀ ਆ OBC ਦੇ ਲਈ ਹੈ, ਔਰ OBC ਦੇ ਵਿੱਚ ਵੀ ਤੁਹਾਡਾ ਕਿਹੜਾ ਸਰਟੀਫਿਕੇਟ ਹੋਣਾ ਚਾਹੀਦਾ, ਸੈਂਟਰਲ ਵਾਲਾ ਜਿਹੜਾ ਸੈਂਟਰ ਸਰਕਾਰ ਦਾ ਸਰਟੀਫਿਕੇਟ ਹੋਣਾ ਚਾਹੀਦਾ। ਆਹ ਗੱਲ ਵੀ ਬਹੁਤ ਇੰਪੋਰਟੈਂਟ ਹੈ ਕਿ ਜਿੰਨੀਆਂ ਵੀ ਸੀਟਾਂ ਹੋਈਆਂ ਉਹਦਾ 1/3 ਜਿਹੜਾ ਹਿੱਸਾ ਨੇ ਉਹ ਜਿਹੜੀਆਂ ਕੁੱਲ ਮਿਲਾ ਕੇ ਗਰਲਜ਼ ਹੀ ਹੋਣਗੀਆਂ।
ਉਸ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਗੱਲ ਕਹੀ ਆ ਕਿ ਬਾਈ ਚਾਂਸ ਕਿਸੇ ਲੜਕੇ ਔਰ ਲੜਕੀ 'ਚ ਟਾਈ ਹੋ ਜਾਂਦਾ ਤਾਂ ਉੱਥੇ ਗਰਲ ਨੂੰ ਜਿਹੜੀ ਪ੍ਰੈਫਰੈਂਸ ਉਹ ਮਿਲੇਗੀ, ਠੀਕ ਹੈ ਜੀ। ਉਸ ਤੋਂ ਬਾਅਦ ਰਾਜੇ ਤੁਸੀਂ ਇਹ ਜਿਹੜੇ ਦਿਵਿਆਂਗ ਬੱਚੇ ਨੇ ਉਹਦੀਆਂ ਕੰਡੀਸ਼ਨਸ ਪੜ੍ਹ ਸਕਦੇ ਹੋਗੇ, ਠੀਕ ਹੈ ਜੀ। ਕਿ ਮਤਲਬ ਬੇਸਿਕਲੀ 40% ਹੁੰਦਾ ਕਿ ਜਿਹੜੇ ਬੱਚੇ 40% ਜਾਂ ਇਸ ਤੋਂ ਜ਼ਿਆਦਾ ਡਿਸੇਬਲ ਨੇ ਉਹਨਾਂ ਨੂੰ ਹੀ ਲਾਈਕ ਮੰਨਿਆ ਜਾਂਦਾ, ਜਿਵੇਂ ਤੁਸੀਂ ਦੇਖ ਸਕਦੇ ਹੋ 40%, ਕਿਉਂਕਿ ਇਹ ਸਰਕਾਰ ਦੁਆਰਾ ਇੰਨੀ ਪਰਸੈਂਟੇਜ ਨਿਰਧਾਰਿਤ ਕੀਤੀ ਗਈ ਹੈ। ਜਿਹੜੇ ਡਾਕੂਮੈਂਟ ਸਬਮਿਟ ਕਰਨੇ ਨੇ ਤੁਹਾਨੂੰ ਹਜੇ ਉਹ ਨਹੀਂ ਹੈ, ਠੀਕ ਹੈ। ਡਾਕੂਮੈਂਟਸ ਟੂ ਬੀ ਸਬਮਿਟਡ ਆਫਟਰ ਸਿਲੈਕਸ਼ਨ ਤੋਂ ਬਾਅਦ ਦੀ ਗੱਲ ਹੈ, ਇਹ ਹਜੇ ਆਪਾਂ ਨਹੀਂ ਪੜ੍ਹਦੇ ਕਿਉਂਕਿ ਨਹੀਂ ਫਿਰ ਕਾਫੀ ਉਹ ਹੋ ਜਾਏਗਾ। ਉਸ ਤੋਂ ਬਾਅਦ ਰਾਜੇ ਸਿਲੈਕਸ਼ਨ ਟੈਸਟ ਦੇਖ ਲਓ, ਸੈਂਟਰ ਫॉर ਐਗਜ਼ਾਮੀਨੇਸ਼ਨ। ਉਸ ਤੋਂ ਬਾਅਦ ਤੁਹਾਡੇ ਐਗਜ਼ਾਮੀਨੇਸ਼ਨ ਵਗੈਰਾ ਦੇ ਹੋਣਗੇ। ਤੁਸੀਂ ਲੈਂਗੁਏਜ ਦੇਖ ਸਕਦੇ ਹੋ। ਅੱਛਾ, ਆਹ ਵਾਲੀ ਚੀਜ਼ ਬਹੁਤ ਇੰਪੋਰਟੈਂਟ ਹੈ ਨਾ, ਲੈਂਗੁਏਜ ਆਫ ਦ ਐਗਜ਼ਾਮੀਨੇਸ਼ਨ। ਇਹਦੇ ਵਿੱਚ ਕੀ ਹੈ, ਮੈਂ ਤੁਹਾਨੂੰ ਆਪਣੇ ਪੰਜਾਬ ਨੂੰ ਟਾਰਗੇਟ ਕਰਕੇ ਚੱਲ ਰਹੀ ਹਾਂ। ਆਪਣੇ ਪੰਜਾਬ ਦੇ ਵਿੱਚ 3 ਲੈਂਗੁਏਜਸ ਨੇ, ਇੰਗਲਿਸ਼, ਹਿੰਦੀ ਔਰ ਪੰਜਾਬੀ। ਯਾਨੀ ਰਜੇ ਜਦੋਂ ਤੁਸੀਂ ਆਪਣਾ ਫਾਰਮ ਫਿਲ ਕਰੋਗੇ ਨਾ, ਉਹਦੇ 'ਚ ਤੁਹਾਨੂੰ ਇਹਨਾਂ ਦੇ ਤਿੰਨਾਂ ਦੇ ਵਿੱਚੋਂ ਤੁਸੀਂ ਜਿਹੜੀ ਆਪਸ਼ਨ ਫਿਲ ਕਰੋਗੇ ਉਹਦੇ 'ਚ ਹੀ ਤੁਹਾਨੂੰ ਕੁਐਸਚਨ ਪੇਪਰ ਆਏਗਾ। ਹੁਣ ਤੁਸੀਂ ਧਿਆਨ ਨਾਲ ਫਿਲ ਕਰਿਓ। ਅਗਰ ਤੁਸੀਂ ਇੰਗਲਿਸ਼ ਫਿਲ ਕਰਤੀ ਤੁਹਾਨੂੰ ਪੂਰੇ ਦਾ ਪੂਰਾ ਕੁਐਸਚਨ ਪੇਪਰ ਜਿਹੜਾ ਇੰਗਲਿਸ਼ 'ਚ ਹੀ ਮਿਲੇਗਾ, 2 ਭਾਸ਼ਾ ਨਹੀਂ ਮਿਲਦੀਆਂ। ਅਗਰ ਤੁਸੀਂ ਹਿੰਦੀ ਚੂਜ਼ ਕਰੋਗੇ ਤਾਂ ਤੁਹਾਨੂੰ ਹਿੰਦੀ 'ਚ ਮਿਲੇਗਾ, ਅਗਰ ਤੁਸੀਂ ਪੰਜਾਬੀ ਚੂਜ਼ ਕਰੋਗੇ ਤਾਂ ਤੁਹਾਨੂੰ ਪੰਜਾਬੀ 'ਚ ਮਿਲੇਗਾ, ਠੀਕ ਹੈ। ਇੱਥੇ ਇਹਨਾਂ ਨੇ ਲਿਖਿਆ ਹੋਇਆ ਹੈ, ਅ ਕੈਂਡੀਡੇਟ ਵਿਲ ਬੀ ਗਿਵਨ ਅ ਟੈਸਟ ਬੁਕਲੇਟ ਇਨ ਦ ਲੈਂਗੁਏਜ ਵਿਚ ਹੀ ਔਰ ਸ਼ੀ ਹੈਜ਼ ਮੈਂਸ਼ਨਡ ਇਨ ਦ ਆਨਲਾਈਨ ਐਪਲੀਕੇਸ਼ਨ ਫਾਰਮ। ਦੈਟ ਮੀਨਸ ਆਨਲਾਈਨ ਐਪਲੀਕੇਸ਼ਨ ਫਾਰਮ ਭਰਦੇ ਹੋਏ ਤੁਸੀਂ ਜਿਹੜੀ ਲੈਂਗੁਏਜ ਸਿਲੈਕਟ ਕਰੋਗੇ ਉਹਦੇ 'ਚ ਹੀ ਬੱਚੇ ਨੂੰ ਬੁਕਲੇਟ ਮਿਲੇਗੀ। ਬੁਕਲੇਟ ਕੀ ਹੁੰਦੀ ਹੈ, ਬੇਸਿਕਲੀ ਕੁਐਸਚਨ ਦਾ ਸੈੱਟ ਹੁੰਦਾ। ਹੁਣ ਕਿੰਨੇ ਕੁਐਸਚਨ ਵਗੈਰਾ ਆਉਣਗੇ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਆਹ ਦੇਖ ਲਓ, ਕੰਪੋਜੀਸ਼ਨ ਆਫ ਦ ਟੈਸਟ। ਜਿਹੜਾ ਰਾਜੇ ਤੁਹਾਡਾ ਟੈਸਟ ਹੈ 2 ਆਵਰ ਮਤਲਬ 2 ਘੰਟਿਆਂ ਦਾ ਤੁਹਾਡਾ ਪੇਪਰ ਹੋਏਗਾ। 11:30 ਤੋਂ ਲੈ ਕੇ 1:30 ਵਜੇ ਤੱਕ ਤੁਹਾਡਾ ਪੇਪਰ ਹੋਏਗਾ, ਜਿਹਦੇ 'ਚ ਤੁਹਾਡੇ ਅਲੱਗ-ਅਲੱਗ 3 ਸੈਕਸ਼ਨ ਹੋਣਗੇ। ਆਬਜੈਕਟਿਵ ਟਾਈਪ ਹੋਣਗੇ। ਹੁਣ ਰਾਜੇ ਆਬਜੈਕਟਿਵ ਟਾਈਪ ਕੀ ਹੁੰਦੇ ਨੇ, ਮੰਨ ਲਓ ਤੁਹਾਨੂੰ ਇੱਕ ਕੁਐਸਚਨ ਦਿੱਤਾ ਹੋਇਆ, ਇਹਦੀਆਂ ਤੁਹਾਨੂੰ ਨਾ 4 ਆਪਸ਼ਨਾਂ ਦਿੱਤੀਆਂ ਹੁੰਦੀਆਂ, ਠੀਕ ਹੈ ਰਾਜੇ। ਇਹ ਆਪਸ਼ਨ ਦੇ ਵਿੱਚੋਂ ਤੁਸੀਂ ਇੱਕ ਆਪਸ਼ਨ ਚੂਜ਼ ਕਰਕੇ ਉੱਧਰ OMR ਸ਼ੀਟ ਭਰਨੀ ਹੁੰਦੀ ਹੈ, ਠੀਕ ਹੈ। ਕੋਈ ਗੱਲ ਨਹੀਂ, ਤੁਸੀਂ ਚੈਨਲ ਨਾਲ ਜੁੜੇ ਰਹੋ, ਆਪਾਂ ਤੁਹਾਨੂੰ ਸਾਰੀ ਚੀਜ਼ ਦੱਸਾਂਗੇ, ਤੁਹਾਨੂੰ ਈਵਨ ਤਿਆਰੀ ਵੀ ਕਰਵਾ ਦਾਂਗੇ ਅਗਰ ਤੁਸੀਂ ਚਾਹੋਗੇ, ਠੀਕ ਹੈ। ਸੋ ਰਾਜੇ ਇਹਦੇ 'ਚ ਤੁਹਾਨੂੰ 3 ਸੈਕਸ਼ਨ ਕਿਹੜੇ ਆਉਂਦੇ, ਇੱਕ ਤੁਹਾਨੂੰ ਮੈਂਟਲ ਐਬਿਲਿਟੀ ਟੈਸਟ ਆਉਂਦਾ ਹੈ, ਇਹਦੇ 'ਚ ਇੱਕ ਤੁਹਾਨੂੰ ਅਰਥਮੈਟਿਕ ਟੈਸਟ ਆਉਂਦੇ ਆ ਔਰ ਇੱਕ ਤੁਹਾਨੂੰ ਲੈਂਗੁਏਜ ਟੈਸਟ ਆਉਂਦੇ ਆ। ਮੈਂਟਲ ਐਬਿਲਿਟੀ ਦੇ ਵਿੱਚ ਤੁਹਾਨੂੰ 40 ਕੁਐਸਚਨ ਹੁੰਦੇ ਨੇ ਅਤੇ ਇਹਦੇ ਨੰਬਰ ਕਿੰਨੇ ਹੁੰਦੇ ਨੇ, 50, ਠੀਕ ਹੈ। ਯਾਨੀ ਇੱਕ ਕੁਐਸਚਨ ਜਿਹੜਾ ਹੈਗਾ 1.25 ਮਾਰਕਸ ਦਾ ਹੁੰਦਾ, ਠੀਕ ਹੈ। ਅਰਥਮੈਟਿਕ ਦੇ ਵਿੱਚ 20 ਕੁਐਸਚਨ ਹੁੰਦੇ ਨੇ ਔਰ 25 ਨੰਬਰਾਂ ਦੇ ਹੁੰਦੇ ਨੇ। ਲੈਂਗੁਏਜ ਟੈਸਟ ਦੇ ਵਿੱਚ ਵੀ 20 ਕੁਐਸਚਨ ਹੁੰਦੇ ਨੇ ਅਤੇ 25 ਨੰਬਰਾਂ ਦੇ ਹੁੰਦੇ ਨੇ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਤੁਸੀਂ 80 ਕੁਐਸਚਨ ਹੱਲ ਕਰਨੇ ਨੇ ਅਤੇ ਤੁਹਾਡਾ ਜਿਹੜਾ ਪੇਪਰ ਹੈ ਕਿੰਨੇ ਨੰਬਰਾਂ ਦਾ ਹੋਏਗਾ ਰਾਜੇ, 100 ਨੰਬਰਾਂ ਦਾ ਹੋਏਗਾ। ਅਤੇ ਆਹ ਜਿਹੜੇ ਹੈਗੇ 2 ਘੰਟੇ ਤੁਹਾਡੇ ਕੋਲ ਟਾਈਮ ਹੋਏਗਾ। ਅੱਛਾ, ਕਈ ਬੱਚਿਆਂ ਨੂੰ ਲੱਗਦਾ ਹੈ ਕਿ ਨਾ ਮੈਂਟਲ ਐਬਿਲਿਟੀ ਨੂੰ ਤੁਹਾਨੂੰ 60 ਮਿੰਟ ਹੀ ਮਿਲਣਗੇ। ਰਾਜੇ ਇੱਦਾਂ ਦਾ ਕੁਛ ਨਹੀਂ ਹੈ, ਇਹ ਬਸ ਆਹ ਉੱਪਰਲੀ ਚੀਜ਼ ਤਾਂ ਇਗਨੋਰ ਹੀ ਕਰੋ। ਤੁਸੀਂ ਇਹ ਯਾਦ ਰੱਖਣਾ ਕਿ ਤੁਸੀਂ 100 ਦੇ 80 ਦੇ 80 ਕੁਐਸਚਨ ਨੇ 2 ਘੰਟਿਆਂ 'ਚ ਪੂਰੇ ਕਰਨੇ ਨੇ, ਠੀਕ ਹੈ। ਉਸ ਤੋਂ ਬਾਅਦ ਰਾਜੇ ਜਿਹੜੇ ਦਿਵਿਆਂਗ ਬੱਚੇ ਨੇ, ਯਾਨੀ ਜਿਹੜੇ ਡਿਫਰੈਂਟਲੀ ਏਬਲਡ ਸਟੂਡੈਂਟ ਨੇ, ਉਹਨਾਂ ਨੂੰ 40 ਮਿੰਟ ਐਕਸਟਰਾ ਦਿੱਤੇ ਜਾਣਗੇ। ਕਲੀਅਰ ਹੈ। ਉਸ ਤੋਂ ਬਾਅਦ ਰਾਜੇ OMR ਸ਼ੀਟ ਵਗੈਰਾ ਭਰਨੀ ਹੈ ਤਾਂ ਮੈਂ ਤੁਹਾਨੂੰ ਪੇਪਰ ਦੇ ਟਾਈਮ ਸਿਖਾ ਦੂੰਗੀ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਹਦੀ ਤਿਆਰੀ ਵਗੈਰਾ ਕਰਾਈ ਜਾਵੇ। ਉਸ ਤੋਂ ਬਾਅਦ ਦੇਖੋ, ਆਹ ਟੈਸਟ ਵੀ ਤੁਹਾਨੂੰ ਦਿੱਤਾ ਹੋਇਆ ਕਿਸ ਤਰੀਕੇ ਦਾ ਟੈਸਟ ਹੁੰਦਾ, ਠੀਕ ਹੈ। ਜਿਵੇਂ ਆਹ ਤੁਹਾਨੂੰ ਇੰਨੀਆਂ 4 ਫਿਗਰਾਂ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚੋਂ ਤੁਸੀਂ ਸਿਲੈਕਟ ਕਰਨਾ ਕਿ ਸਭ ਤੋਂ ਅਲੱਗ ਕਿਹੜੀ ਹੈ। ਤਾਂ ਤੁਹਾਨੂੰ ਦਿਖ ਰਿਹਾ ਹੋਵੇਗਾ ਸਭ ਤੋਂ ਅਲੱਗ ਆਹ ਵਾਲੀ ਹੈ। ਕਿਉਂ ਅਲੱਗ ਹੈ, ਕਿਉਂਕਿ ਦੇਖੋ ਇੱਥੇ ਜਿਹੜਾ ਆਹ ਵਿਕਰਨ ਹੁੰਦੇ ਤੁਹਾਨੂੰ ਪਤਾ ਨਾ, ਮਤਲਬ ਆਹ ਸੈਂਟਰ ਵਾਲੀਆਂ ਲਾਈਨਾਂ ਨੇਗੀਆਂ, ਠੀਕ ਹੈ। ਜਿਹੜੀ ਆਹ ਇੱਥੇ ਲਾਈਨ ਲਗਾਈ ਹੋਈ ਹੈ ਛੋਟੀ ਜੀ, ਇਹ ਸੈਂਟਰ ਵਾਲੀ ਲਾਈਨ 'ਤੇ ਹੈ। ਇੱਥੇ ਵੀ ਜਿਹੜੀ ਸੈਂਟਰ ਵਾਲੀ ਲਾਈਨ 'ਤੇ ਹੈ, ਇੱਥੇ ਵੀ ਸੈਂਟਰ ਵਾਲੀ ਲਾਈਨ 'ਤੇ ਹੈ। ਲੇਕਿਨ ਇਹ ਵਾਲੀ ਆਪਸ਼ਨ ਦੇ ਵਿੱਚ, ਆਪਸ਼ਨ ਦੇ ਵਿੱਚ ਜਿਹੜੀ ਇਹ ਛੋਟੀ ਜਿਹੀ ਲਾਈਨ ਲਗਾਈ ਹੋਈ ਆ, ਇਹ ਜਿਹੜਾ ਆਪਣੇ ਕੋਲ ਕਹਿ ਲਓ ਜਿਹੜਾ ਵੀ ਆਪਣੇ ਕੋਲ ਸਕੁਏਅਰ ਬਣ ਰਿਹਾ ਉਹਦੇ ਸਾਈਡ 'ਤੇ ਆ, ਠੀਕ ਹੈ। ਚਲੋ ਇਹ ਤਾਂ ਮੈਂ ਤੁਹਾਨੂੰ ਅੱਛੇ ਤਰੀਕੇ ਨਾਲ ਫੇਰ ਸਮਝਾ ਦੂੰਗੀ। ਹੁਣ ਥੋੜ੍ਹੀ ਜਿਹੀ ਕਾਹਲੀ ਹੈ, ਠੀਕ ਹੈ, ਕਿ ਵੀਡੀਓ ਜ਼ਿਆਦਾ ਲੈਂਥੀ ਨਾ ਹੋ ਜਾਏ। ਸੋ ਇਹ ਬੇਸਿਕਲੀ ਤੁਹਾਡਾ ਰਾਜੇ ਪੂਰਾ ਸਿਲੇਬਸ ਵਗੈਰਾ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਹਾਂਜੀ ਤੁਸੀਂ ਸਿਲੇਬਸ ਵੀ ਦੇਖਣਾ ਹੈ ਤਾਂ ਤੁਸੀਂ ਦੱਸ ਸਕਦੇ ਹੋ। ਆਪਾਂ ਤੁਹਾਡੇ ਲਈ ਪ੍ਰੋਪਰ ਵੀਡੀਓਜ਼ ਔਰ ਪ੍ਰੋਪਰ ਤੁਹਾਡੀ ਤਿਆਰੀ ਮੈਂ ਕਰਵਾ ਦੂੰਗੀ। ਤੁਹਾਡਾ ਪੇਪਰ ਕਲੀਅਰ ਹੋ ਜਾਏਗਾ, ਉਹ ਚੀਜ਼ ਦੀ ਗਰੰਟੀ ਮੈਂ ਖੁਦ ਲੈ ਲੂੰਗੀ, ਠੀਕ ਹੈ। ਉਸ ਤੋਂ ਬਾਅਦ ਰਾਜੇ ਤੁਸੀਂ ਦੇਖ ਸਕਦੇ ਹੋ ਰੈਜ਼ੀਡੈਂਸ ਸਰਟੀਫਿਕੇਟ ਵੀ ਤੁਹਾਨੂੰ ਚਾਹੀਦਾ ਹੈ। ਰੈਜ਼ੀਡੈਂਸ ਸਰਟੀਫਿਕੇਟ ਵੀ ਇਹਦੇ 'ਚ ਬਹੁਤ ਇੰਪੋਰਟੈਂਟ ਹੈ, ਤੁਸੀਂ ਆਪਣਾ ਬਣਾ ਲਿਓ। ਰੈਜ਼ੀਡੈਂਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇਹ ਦੱਸਣਾ ਹੁੰਦਾ ਕਿ ਹਾਂ ਤੁਸੀਂ ਉੱਥੇ ਹੀ ਰਹਿੰਦੇ ਹੋ ਜਿੱਥੇ ਤੁਸੀਂ ਹੈਗੇ ਹੋ, ਮਤਲਬ ਤੁਸੀਂ ਪ੍ਰੂਫ ਦੇਣਾ ਹੈ ਕਿ ਤੁਸੀਂ ਉਸੇ ਡਿਸਟ੍ਰਿਕਟ ਵਗੈਰਾ ਤੋਂ ਬਿਲੋਂਗ ਕਰਦੇ ਹੋ। ਔਰ ਆਹ ਸਰਟੀਫਿਕੇਟ ਬਹੁਤ ਇੰਪੋਰਟੈਂਟ ਹੈ, ਜਵਾਹਰ ਨਵੋਦਿਆ ਵਿਦਿਆਲਿਆ ਸਿਲੈਕਸ਼ਨ ਟੈਸਟ 2024 ਦਾ ਸਰਟੀਫਿਕੇਟ ਹੈ। ਇਹਦੇ ਵਿੱਚ ਬੇਸਿਕਲੀ ਸਰਟੀਫਾਈਡ ਦੈਟ ਦ ਇਨਫੋਰਮੇਸ਼ਨ ਗਿਵਨ ਬਿਲੋ ਆਰ ਕਰੈਕਟ ਇਨ ਰਿਸਪੈਕਟ ਆਫ, ਇੱਥੇ ਰਾਜੇ ਤੁਸੀਂ ਨੇਮ ਆਫ ਦ ਸਟੂਡੈਂਟ ਆਏਗਾ, ਠੀਕ ਹੈ। ਇੱਥੇ ਤੁਹਾਡੀ ਫੋਟੋ ਵਗੈਰਾ ਆਏਗੀ, ਇੱਥੇ ਨੇਮ ਆਫ ਦ ਕੈਂਡੀਡੇਟ ਆਏਗਾ, ਇੱਥੇ ਤੁਹਾਡਾ ਫਾਦਰਸ ਨੇਮ ਆਏਗਾ, ਇੱਥੇ ਮਦਰਸ ਨੇਮ। ਬਲੌਕ ਲੈਟਰ ਕਿਹੜੇ ਹੁੰਦੇ ਆ, ਕੈਪੀਟਲ ਲੈਟਰ, ਠੀਕ ਹੈ ਜੀ। ਇੱਥੇ ਫਿਰ ਤੁਹਾਡੀ ਡੇਟ ਆਫ ਬਰਥ ਆ ਜਾਏਗੀ, ਠੀਕ ਹੈ। ਇੱਥੇ ਤੁਹਾਡਾ ਜੈਂਡਰ ਆ ਜਾਏਗਾ, ਇੱਥੇ ਤੁਹਾਡੀ ਕਾਸਟ 'ਤੇ ਟਿਕ ਕਰੋਗੇ। ਇੱਥੇ ਤੁਸੀਂ ਆਪਣੀ ਮਤਲਬ ਡੇਟ ਆਫ ਬਰਥ ਵਰਡ ਦੇ ਵਿੱਚ ਲਿਖਣੀ ਹੈ, ਲਾਈਕ 19, ਮਤਲਬ ਤੁਸੀਂ ਵਰਡਸ ਦੇ ਵਿੱਚ ਲਿਖੋਗੇ ਲਾਈਕ ਪੂਰਾ 19 ਪਾ ਕੇ ਨਾ, ਜਿਵੇਂ ਵੀ ਤੁਹਾਡੀ ਡੇਟ ਆਫ ਬਰਥ ਹੈਗੀ ਹੈ। ਉਸ ਤੋਂ ਬਾਅਦ ਇੱਥੇ ਸਾਰੀ ਆਧਾਰ ਕਾਰਡ ਦੀ ਇਨਫੋਰਮੇਸ਼ਨ, ਇੱਥੇ ਐਡਰੈਸ
ਚੋਇਸ ਦੇਣਾ, ਨੈਸ਼ਨੈਲਿਟੀ, ਰਿਲੀਜਨ, ਮੀਡੀਅਮ ਆਫ ਐਗਜ਼ਾਮੀਨੇਸ਼ਨ ਬਹੁਤ ਇੰਪੋਰਟੈਂਟ ਹੈ, ਤੁਸੀਂ ਇੱਥੇ ਲਿਖੋਗੇ। ਸੋ ਲਾਈਕ ਇਹ ਵਾਲਾ ਵੀ ਫਾਰਮ ਭਰਨਾ ਕਾਫੀ ਇੰਪੋਰਟੈਂਟ ਹੈ। ਉਸ ਤੋਂ ਬਾਅਦ ਇੱਥੇ ਤੁਹਾਡੇ ਜਿਹੜੇ ਹੈੱਡ ਮਾਸਟਰ ਨੇ ਉਹਦੀ ਮੋਹਰ ਲੱਗੇਗੀ, ਠੀਕ ਹੈ, ਉਹਨਾਂ ਦੀ ਮੋਹਰ ਲੱਗਣੀ ਹੈ। ਔਰ ਉਸ ਤੋਂ ਬਾਅਦ ਤੁਸੀਂ ਆ OBC ਵਾਲਾ ਦੇਖ ਸਕਦੇ ਹੋ, OBC ਦਾ ਸਰਟੀਫਿਕੇਟ ਕੁਛ ਇਸ ਤਰੀਕੇ ਦਾ ਵਗੈਰਾ ਦਾ ਬਣਦਾ ਹੁੰਦਾ, ਇਹ ਤੁਸੀਂ ਜਿਹੜਾ ਹੈਗਾ ਬਣਾ ਸਕਦੇ ਹੋ। ਸੋ ਆਈ ਹੋਪ ਰਾਜੇ ਤੁਹਾਨੂੰ ਇਹ ਇਨਫੋਰਮੇਸ਼ਨ ਕਲੀਅਰ ਹੋਏਗੀ। ਅਗਰ ਤੁਹਾਨੂੰ ਸਟਿਲ ਐਨੀ ਡਾਊਟ ਹੈ ਤਾਂ ਮੈਨੂੰ ਜ਼ਰੂਰ ਦੱਸਿਓ। ਸੋ ਬੇਸਿਕਲੀ ਮੈਂ ਫਿਰ ਦੱਸ ਦਿੰਦੀ ਹਾਂ, ਇਹ ਫਾਰਮ ਉਹਨਾਂ ਬੱਚਿਆਂ ਦੇ ਲਈ ਹੈ ਜੋ ਇਸ ਟਾਈਮ 5ਵੀਂ ਕਲਾਸ 'ਚ ਪੜ੍ਹ ਰਹੇ ਨੇ, ਔਰ ਜਿਹੜੇ ਬੱਚੇ 6ਵੀਂ ਕਲਾਸ ਦੇ ਵਿੱਚ ਨਵੋਦਿਆ 'ਚ ਜਾਣਾ ਚਾਹੁੰਦੇ ਨੇ ਤਾਂ ਹੀ ਉਹਨਾਂ ਦੇ ਲਈ ਐਡਮਿਸ਼ਨ ਹੈ। ਲਾਸਟ ਡੇਟ ਹੈਗੀ ਆ 10/8/2023। ਸੋ ਬੇਸਿਕਲੀ ਇਹ ਆਪਣੇ ਪੇਰੈਂਟਸ ਨੂੰ ਇੱਕ ਵਾਰ ਪੜ੍ਹਾ ਦਿਓ। ਅਗਰ ਤੁਸੀਂ ਸਾਰੇ ਚਾਹੁੰਦੇ ਹੋ ਕਿ ਤੁਸੀਂ ਐਪਲੀਕੇਸ਼ਨ ਫਾਰਮ ਭਰਨਾ ਦੇਖਣਾ ਹੀ, ਤਾਂ ਮੈਂ ਤੁਹਾਡੇ ਲਈ ਉਹ ਵੀਡੀਓ ਵੀ ਤਿਆਰ ਕਰ ਦਾਂਗੀ। ਸੋ ਹੋਰ ਜ਼ਿਆਦਾ ਇਨਫੋਰਮੇਸ਼ਨ ਦੇ ਲਈ ਤੁਸੀਂ ਚੈਨਲ ਨਾਲ ਜੁੜੇ ਰਹੋ, ਔਰ ਅਗਰ ਕੋਈ ਪੁਆਇੰਟ ਨਹੀਂ ਕਲੀਅਰ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ। ਔਰ ਅਗਰ ਤੁਹਾਨੂੰ ਇਹ ਪ੍ਰੋਸਪੈਕਟਸ ਚਾਹੀਦਾ ਹੈ ਤਾਂ ਤੁਸੀਂ ਟੈਲੀਗ੍ਰਾਮ 'ਤੇ ਆਪਣਾ ਚੈਨਲ ਸਰਚ ਕਰ ਸਕਦੇ ਹੋ। ਆਪਣੇ ਚੈਨਲ ਦਾ ਨੇਮ ਹੈ ਮੈਰੀਟੋਰੀਅਸ ਸਟੂਡੈਂਟਸ ਓਨਲੀ, ਠੀਕ ਹੈ, ਮੈਰੀਟੋਰੀਅਸ ਸਟੂਡੈਂਟਸ ਓਨਲੀ, ਮਤਲਬ ਜਿਹੜਾ ਆਪਣੇ ਚੈਨਲ ਦਾ ਨੇਮ ਹੈ ਉਹੀ ਟੈਲੀਗ੍ਰਾਮ 'ਤੇ ਨੇਮ ਹੈ ਮੈਰੀਟੋਰੀਅਸ ਸਟੂਡੈਂਟਸ ਓਨਲੀ। ਆਪਣੇ ਚੈਨਲ ਦਾ ਜਿਹੜਾ ਲੋਗੋ ਹੈ ਉਹੀ ਉੱਥੇ ਲੋਗੋ ਲੱਗਿਆ ਹੋਇਆ, ਤੁਸੀਂ ਉਹ ਜੁਆਇਨ ਕਰ ਸਕਦੇ ਹੋ। ਔਰ ਉੱਥੇ ਆ ਕੇ ਮੈਨੂੰ ਸਿੰਪਲ ਇੱਕ ਮੈਸੇਜ ਕਰ ਦਿਓ ਕਿ ਮੈਮ 6th ਕਲਾਸ ਵਾਲਾ ਸਾਨੂੰ ਜਿਹੜਾ ਹੈਗਾ ਉਹ ਮਤਲਬ ਪ੍ਰੋਸਪੈਕਟਸ ਭੇਜ ਦਿਓ। ਸੋ ਆਪਾਂ ਉੱਥੇ ਸੈਂਡ ਕਰ ਦਾਂਗੇ, ਠੀਕ ਹੈ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ ਐਂਡ ਮੇ ਗॉड ਬਲੈਸ ਯੂ ਮਾਈ ਬੱਚਾ ਪਾਰਟੀ।